अपना नैक्सट टॉपिक है सबसैट्स। सबसैट्स बारे समझने वास्ते ਆਪਾਂ दो सैट्स कंसिडर करते हैं। पहला सैट है ए 1 2 3 4। दूसरा सैट ले लिया ਅਸੀਂ बी 1 2 3 4 5 6। ਅਸੀਂ ਕੀ ਦੇਖਦੇ ਹਾਂ ए ਦੇ ਸਾਰੇ ਹੀ ਐਲੀਮੈਂਟਸ बी ਦੇ ਵਿੱਚ ਹੈਗੇ। ਇਟ ਮੀਨਸ ਇਹ ਜਿਹੜਾ ਹੈਗਾ ਬੀ ਦਾ ਹੀ ਇੱਕ ਪਾਰਟ ਹੈ, ਤਾਂ ਅਸੀਂ ਇਹਨੂੰ ਕਹਿ ਸਕਦੇ ਹਾਂ ਏ ਇਜ਼ ਸਬਸੈਟ ਆਫ ਬੀ। ਤੇ ਸਿੰਬੋਲਿਕਲੀ ਅਸੀਂ ਇਹਨੂੰ ਇਸ ਤਰੀਕੇ ਨਾਲ ਲਿਖਦੇ ਏ ਇਜ਼ ਸਬਸੈਟ। ਆਹ ਸਬਸੈਟ ਦਾ ਸਾਈਨ ਹੈ ਆਹ ਵਾਲਾ, ਏ ਇਜ਼ ਸਬਸੈਟ ਆਫ ਬੀ। ਹੁਣ ਕਿਉਂਕਿ ਬੀ ਦੇ ਸਾਰੇ ਐਲੀਮੈਂਟਸ ਏ 'ਚ ਨਹੀਂ ਹੈਗੇ, ਦੇਖੋ ਬੀ ਦੇ ਵਿੱਚ 5 6 ਹੈ ਜਿਹੜਾ ਏ ਦੇ ਵਿੱਚ ਨਹੀਂ ਹੈ, ਤਾਂ ਅਸੀਂ ਲਿਖ ਸਕਦੇ ਹਾਂ ਬੀ ਇਜ਼ ਨਾਟ ਸਬਸੈਟ ਆਫ ਏ। ਇਟ ਮੀਨਸ ਅਸੀਂ ਲਿਖਾਂਗੇ ਇਸ ਤਰੀਕੇ ਬੀ ਇਜ਼ ਨਾਟ ਸਬਸੈਟ ਆਫ ਏ। ਠੀਕ ਹੈ। ਹੁਣ ਇੱਕ ਸੈੱਟ ਹੁੰਦਾ ਸਾਡੇ ਕੋਲ ਫਾਈ, ਜਿਹਦੇ ਵਿੱਚ ਕਿੰਨੇ ਐਲੀਮੈਂਟਸ ਹੁੰਦੇ ਨੇ? ਕੋਈ ਵੀ ਨਹੀਂ ਹੁੰਦਾ। ਤਾਂ ਇਹ ਜਿਹੜਾ ਫਾਈ ਹੈ ਸਭ ਦਾ ਹੀ ਸਬਸੈਟ ਹੁੰਦਾ ਹੈ। ਫਾਈ ਇਜ਼ ਸਬਸੈਟ ਆਫ ਐਵਰੀ ਸੈਟ। ਇਹ ਖਾਸ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ। ਤੇ ਇੱਕ ਦੇਖੋ ए ਸੈੱਟ ਹੈ ਸਾਡੇ ਕੋਲ 1 2 3 4, ਤੇ ਇਹ ਆਪਦੇ ਆਪ ਦਾ ਵੀ ਖੁਦ ਦਾ ਵੀ ਇਹ ਸਬਸੈਟ ਹੈਗਾ। ਦੇਖੋ ਕਿਉਂਕਿ ए ਦੇ ਸਾਰੇ ਐਲੀਮੈਂਟਸ ए ਦੇ ਵਿੱਚ ਹੈਗੇ, ਅਸੀਂ ਕਹਿ ਸਕਦੇ ਹਾਂ ਹਰੇ A ਇਜ਼ ਅ ਸਬਸੈਟ ਆਫ A। ਤਾਂ ਐਵਰੀ ਸੈਟ ਹੈਜ਼ ਐਟ ਲੀਸਟ ਹੁੰਦਾ ਘੱਟੋ ਘੱਟ 2 ਸਬਸੈਟਸ। ਐਵਰੀ ਸੈਟ ਦੀ ਬਜਾਏ ਅਸੀਂ ਐਵਰੀ ਨॉन ਵੋਇਡ ਸੈਟ ਲਿਖੀਏ। ਨॉन ਵੋਇਡ ਦਾ ਮਤਲਬ ਜਿਹੜਾ ਖਾਲੀ ਨਾ ਹੋ। ਐਵਰੀ ਨॉन ਵੋਇਡ ਸੈਟ ਹੈਜ਼ ਐਟ ਲੀਸਟ 2 ਸਬਸੈਟਸ, ਇੱਕ ਤਾਂ ਫਾਈ ਇੱਕ ਉਹ ਖੁਦ। ਠੀਕ ਹੈ ਜੀ। ਸੈਟ ਇਟਸੈਲਫ, ਤਾਂ 2 ਸਬਸੈਟ ਜ਼ਰੂਰ ਹੁੰਦੇ ਆ ਇੱਕ ਹਰੇਕ ਸੈਟ। ਹੁਣ ਜੇ ਕਿਸੇ ਸੈੱਟ 'ਚ ਅਸੀਂ ਦੇਖਣਾ ਚਾਹੀਏ ਵੀ ਕਿੰਨੇ ਸਬਸੈਟ ਹੁੰਦੇ ਆ ਕਿਸੇ ਸੈੱਟ ਦੇ, ਇਫ ਅ ਸੈੱਟ ਹੈਜ਼ n elements then number of its सबसेट्स कितने होंगे नंबर और देख लो, नोट कर लो, इक्वल्स टू 2 टू द पावर है। यानी जिन्ने एलीमेंट है n एलीमेंट है तो वो 2 की पावर। जिमें उपर असीं एक सैट करिया ए, वो 4 एलीमेंट से, तो वो कितने सबसैट बन सकते हैं? नंबर ऑफ सबसैट्स ऑफ सैट ए कितने बन गए? 2 टू द पावर 4 यानी 60। ਹੁਣ ਆਪਾਂ ਇੱਕ ਸੈੱਟ ਲੈਂਦੇ ਹਾਂ ਸੀ, ਉਹਦੇ ਸਬਸੈਟ ਦੇਖੀਏ ਕਿੰਨੇ ਬਣ ਗਏ। ਸੀ ਲੈ ਲਿਆ ਸੈੱਟ ਲੈ ਲਿਆ ਏ ਬੀ, ਕਿੰਨੇ ਐਲੀਮੈਂਟਸ ਇਹਦੇ ਵਿੱਚ? 2। ਇਹਦੇ ਨੰਬਰ ਆਫ ਸਬਸੈਟ ਕਿੰਨੇ ਬਣ ਗਏ? ਨੰਬਰ ਆਫ ਸਬਸੈਟਸ ਆਫ ਸੀ ਕਿੰਨੇ ਹੋਣਗੇ? 2 ਦੀ ਪਾਵਰ 2 यानी 4। ਇਹਦੇ 4 ਸਬਸੈਟ ਬਣਨਗੇ। ਕਿਹੜੇ ਕਿਹੜੇ ਬਣਨਗੇ ਉਹ ਵੀ ਦੇਖ ਲਓ। ਪਹਿਲਾ ਸੈੱਟ ਤਾਂ 5 ਸਭ ਦਾ ਸਬਸੈਟ ਹੁੰਦਾ। ਹੁਣ ਇਹਦੇ 'ਚ 2 ਐਲੀਮੈਂਟ ਆ, ਤਾਂ ਪਹਿਲਾਂ ਆਪਾਂ ਇੱਕ ਐਲੀਮੈਂਟ ਲੈ ਕੇ ਸੈੱਟ ਬਣਾ ਲਈਏ। ਇੱਕ ਐਲੀਮੈਂਟ ਨਾਲ ਇੱਕ A ਬਣ ਜਾਊਗਾ ਸੈੱਟ, ਇੱਕ B ਸੈੱਟ ਬਣ ਜਾਊਗਾ। ਇੱਕ ਨਾਲ ਪੂਰੇ ਹੋ ਗਏ ਤਾਂ ਫਿਰ 2 ਲੈ ਕੇ ਬਣਾ ਲਓ A B, ਇਹਦੇ ਨਾਲ ਇੱਕੋ ਹੀ ਬਣੇਗਾ। ਤਾਂ ਟੋਟਲ 4 ਸਬਸੈਟ ਬਣ ਗਏ। ਇੱਕ ਤਾਂ 5 ਜਿਹਦੇ 'ਚ ਕੋਈ ਐਲੀਮੈਂਟ ਨਹੀਂ, ਇੱਕ ਐਲੀਮੈਂਟ ਵਾਲੇ 2 ਬਣ ਗਏ, ਇੱਕ। ਤਾਂ ਇਹ ਸਾਡਾ
ख्याल रखने वाला काम है जिहदे असीं याद रखना भी किसी सैट के किन्ने सबसैट पॉसीबल है। अगे साडे कोल जिहड़ा आ जाते हैं इहदे नाल रिलेटेड क्वेश्चन, जिवें कंसिडर द फॉलोइंग सैट्स। पहला हैगा 5, फिर हैगा ए जिहदे 2 एलीमेंट है 1 एंड 3, फिर हैगा बी जी 3 एलीमेंट है 1 5 एंड 9, तीसरा हैगा एलीमेंट सैट सी जिहदे विच 1 3 5 7 9 एन एलीमेंट। तो वो कहते सिंबल पुट करो भी ये सबसैट है या नहीं है इन्होंने दोवां विच, जिवें 5 ते बी दे विचाले, क्योंकि सानू पता 5 का सब सबसैट होंदा तो ये विचाले का सबसैट का साइन पै जाएगा। ए ते बी दे विचाले चैक करो, ए दे विच एलीमेंट्स ने 1 ते 3, बी दे विच 1 तो हैगा 3 है नहीं, ਇਹਦਾ मतलब ए इज़ नॉट अ सबसैट ऑफ बी। एंड ए ते सी चैक करिए, ए दे विच 1 ते 3 ने, बी दे विच 1 3 है नहीं, ਇਹਦਾ मतलब ए इज़ अ सबसैट ऑफ सी। इस तरह 1 5 9 ये भी है 1 5 9, इट मीनस बी के सारे एलीमेंट्स सी च है, अब बी इज सबसैट ऑफ सी। ठीक है, सो इस तरीके तो अगे क्वेश्चन पूछा ए इक्वल्स टू ए ई आई ओ यू, बी इक्वल्स टू ए बी सी डी, इज अ सबसैट ऑफ बी। की ए बी का सबसैट है? नो, क्योंकि ए दे जिहड़े एलीमेंट्स है ई आई ओ यू बी दे विच है, तो असीं इत्थे लिखांगे A is not a subset of B। ਇਹਦਾ ਇੱਥੇ ਰੀਜ਼ਨ ਲਿਖਣਾ ਪਏਗਾ, ਵਾਈ ਪੁੱਛਿਆ ਨਾ, ਬਿਕੋਜ਼ all elements of A are not the elements of B, इस करके का सबसैट है नहीं। इस तरह इज बी इज अ सबसैट ऑफ बी भी ए का सबसैट नहीं है, क्योंकि वो बी सी डी एलीमेंट है, ये है नहीं, तो ए भी बी भी जो ए का सबसैट नहीं है, इस प्रकार में भी लिखा जा सकता। ठीक है, अगे आ जाओ सबसैट्स ऑफ सैट ऑफ रियल नंबर के सैट के किहड़े सबसैट होंगे, उन्हां चों जरूरी जोड़ा है वो है इंटरवल्स एज सबसैट ऑफ आर रियल। तो इंटरवल्स की होंगे, पहला तो असी रियल नंबर लाइन देखिए इस तरीके की होंगे, इस तरीके होंगे रियल नंबर में संख्या रेखा जिसे कहते, ਇਹਦੇ ਵਿੱਚ ਵਿਚਾਲੇ 0 ਹੁੰਦੇ, ਇੱਧਰ ਪੋਜ਼ਿਟਿਵ ਨੰਬਰ ਪੋਜ਼ਿਟਿਵ ਇੰਟੀਜਰਸ ਆ ਜਾਂਦੇ 3 ਐਂਡ ਸੋ ਔਨ, ਕਿੱਥੋਂ ਤੱਕ ਕਰਾਉਂਦੇ ਆ ਇਨਫਿਨਿਟੀ ਤੱਕ। ਇੱਧਰ ਨੈਗੇਟਿਵ ਨੰਬਰ ਹੁੰਦੇ -1 -2 -3 ਐਂਡ ਸੋ ਔਨ, ਕਿੱਥੋਂ ਤੱਕ ਇਹ ਹੁੰਦੇ -। ਠੀਕ ਹੈ, ਤਾਂ ਇਹ ਤਾਂ ਸਾਨੂੰ ਇੰਟੀਜਰਸ ਦਾ ਪਤਾ ਵੀ ਆ ਇੰਟੀਜਰਸ ਨੇ 1 2 3 4 ਇਹ ਸਾਰੇ ਇੰਟੀਜਰਸ, ਪਰ ਇਹਨਾਂ ਦੇ ਵਿਚਾਲੇ ਵੀ ਇੱਥੇ ਛੋਟੇ ਜਿੰਨੇ ਵੀ ਇਹਦੇ ਤੇ ਪੁਆਇੰਟ ਨੇ ਸਾਰੇ ਨੰਬਰ ਡਿਨੋਟ ਕਰਦੀ ਹੈ ਲਾਈਨ ਦੇ ਵਿੱਚ। ਜਿਵੇਂ ਅਸੀਂ ਪੁਆਇੰਟ ਨਹੀਂ ਕਾਊਂਟ ਕਰ ਸਕਦੇ, ਇੱਕ ਲਾਈਨ ਦੇ ਉੱਤੇ ਕਿੰਨੇ ਪੁਆਇੰਟਸ ਨੇ ਅਸੀਂ ਕਾਊਂਟ ਨਹੀਂ ਕਰ ਸਕਦੇ, ਤਾਂ ਇਸੇ ਤਰ੍ਹਾਂ ਇਹਦੇ ਵਿੱਚ ਕਿੰਨੇ ਰੀਅਲ ਨੰਬਰਸ ਨੇ ਉਹ ਕਾਊਂਟ ਨਹੀਂ ਕਰ ਸਕਦੇ। ਜਿਵੇਂ 0 ਤੋਂ ਬਾਅਦ ਮੈਂ ਤੁਹਾਨੂੰ ਦੱਸਤਾ, ਮੈਂ ਦੱਸ ਦੇਣਾ 0 ਤੇ 1 ਦੇ ਵਿਚਾਲੇ 0.1 0.2 0.3 0.4 0.5 इस तरह चलते चलते 0.9 आ जाता है, फिर 1 आता इस तो 0.0 0 तो लैके 1 के विचाले पहला तो 10 नंबर ने, फिर इन्होंने 10 के विचाले इन्हों भी होण गाह नंबर बन जाते, जिमें 0 तो 0.1 के विचाले 0.01 तो लैके 0.02 एंड सो ऑन चलते चलते ये आ जाता 0.10 एंड 3, तो आ 10 नंबर बन गए। इन्होंने दोवां दे विचाले होर अगे नंबर, तो इन्ने नंबर बन जाते भी असीं उन्होंने काउंट नहीं कर सकते। ठीक है, आप कर लेंगे समझने वास्ते। तो ये बहुत सारे नंबर ने जिन्होंने असीं जे लिखना चाहिए तो सारिਆਂ ਨੂੰ लिख नहीं सकते। ठीक है ना, तो असीं इन्हों ये सबसैट बनाने वास्ते एक तरीका अपनाया, उन्होंने असीं इंटरवल्स कहने हैं। जिवें मैं एक इंटरवल लिखण लग्या हूँ
-2 to 3 ਇਹਦੇ ਦੋਵੇਂ ਪਾਸੇ ਰਾਉਂਡ ਬ੍ਰੈਕਟ, ਇਹਨੂੰ ਅਸੀਂ ਕਹਿੰਦੇ ਓਪਨ ਇੰਟਰਵਲ। ਇਹ ਕੀ ਹੁੰਦਾ, ਇਹ ਇਸ ਤਰ੍ਹਾਂ ਹੁੰਦਾ, x ਬਿਲੋਂਗਸ ਟੂ r, x ਰੀਅਲ ਨੰਬਰ ਹੈ ਤੇ x ਜਿਹੜਾ ਹੈਗਾ ਉਹ ਗ੍ਰੇਟਰ ਦੈਨ -2 ਹੈ ਤੇ ਲੈਸ ਦੈਨ 3। x is greater than -2 and less than 3, यानी -2 ਤੋਂ ਨੈਕਸਟ ਜਿਹੜਾ ਰੀਅਲ ਨੰਬਰ ਆਏਗਾ ਉੱਥੋਂ ਇਹ ਸ਼ੁਰੂ ਹੋਏਗਾ ਤੇ ਕਿੱਥੋਂ ਤੱਕ ਜਾਏਗਾ, 3 ਆਉਣ ਤੋਂ ਪਹਿਲਾਂ ਤੱਕ, ਇੱਥੋਂ ਤੱਕ। ਆਹ ਵਾਲਾ ਜਿਹੜਾ ਪਾਰਟ ਹੈ ਇਹਦੇ 'ਚ ਜਿੰਨੇ ਵੀ ਰੀਅਲ ਨੰਬਰਸ ਪੋਸੀਬਲ ਨੇ ਉਹ ਸਾਰਿਆਂ ਨੂੰ ਇਹ ਚੀਜ਼ ਡਿਨੋਟ ਕਰਦੀ। ਇਹਦਾ ਮਤਲਬ -2 ਤੋਂ 3 ਦੇ ਵਿਚਾਲੇ, -2 ਤੇ 3 ਦੇ ਵਿਚਕਾਰ ਕਿੰਨੇ ਨੰਬਰਸ ਨੇ ਉਹ ਸਾਰਿਆਂ ਨੂੰ ਇਹ ਚੀਜ਼ ਨੋਟ ਕਰੋ। ਠੀਕ ਹੈ ਜੀ, ਇਹਨੂੰ ਕਹਿੰਦੇ ਓਪਨ ਇੰਟਰਵਲ। ਖਾਸ ਧਿਆਨ ਰੱਖਿਓ ਇੱਥੇ ਅਸੀਂ ਇੱਥੇ ਆਹ ਵਾਲਾ ਬ੍ਰੈਕਟ ਨਹੀਂ ਪਾਇਆ, -2, 3 ਇਹ ਹੈਗਾ ਸੈੱਟ ਤੇ ਉਹ ਹੈਗਾ ਓਪਨ ਇੰਟਰਵਲ। ਸੈੱਟ ਦੇ ਵਿੱਚ ਕੀ ਹੈ, ਸੈੱਟ ਦੇ ਵਿੱਚ ਸਿਰਫ ਦੋ ਹੀ ਨੰਬਰ ਨੇ, ਆਹ ਵਾਲਾ ਨੰਬਰ ਤੇ ਆਹ ਵਾਲਾ ਨੰਬਰ, ਜਦ ਕਿ ਇਹਦੇ ਵਿੱਚ ਇਨਫਾਈਨਾਈਟ ਅਣਗਿਣਤ ਰੀਅਲ ਨੰਬਰਸ ਨੇ। ਗਿਣਤੀ ਮੈਂ ਤੁਹਾਨੂੰ ਦੱਸਿਆ ਸੀਗਾ, ਆਪਾਂ ਹੁਣੇ ਇੱਕ ਐਗਜ਼ਾਮਪਲ ਲਈ ਸੀ ਵੀ 0 ਤੇ 1 ਦੇ ਵਿਚਾਲੇ ਅਸੀਂ ਕਾਊਂਟ ਨਹੀਂ ਕਰ ਸਕਦੇ ਕਿੰਨੇ ਨੰਬਰ ਹੈ, ਤਾਂ -2 ਤੇ 3 ਦੇ ਵਿਚਾਲੇ ਇੰਨੇ ਤੇ ਵੱਡੇ ਦੇ ਵਿੱਚ ਤਾਂ ਸਾਨੂੰ ਕਾਊਂਟ ਕਰਨਾ ਬਹੁਤ ਹੀ ਮੁਸ਼ਕਿਲ ਹੈ। ਸੋ ਇੰਨੇ ਰੀਅਲ ਨੰਬਰਸ ਨੇ, ਇਹ ਸਾਰਿਆਂ ਨੂੰ ਦਰਸਾਉਂਦੇ। ਠੀਕ ਹੈ ਜੀ, ਇਸੇ ਤਰ੍ਹਾਂ ਦੂਸਰਾ ਹੁੰਦਾ ਆ -2, 3 ਇਸ ਤਰ੍ਹਾਂ ਲਿਖਿਆ ਹੋਇਆ। ਇਹਦੇ 'ਚ ਹੁਣ ਬ੍ਰੈਕਟ ਕਿਹੜੇ ਨੇ, ਰਾਉਂਡ ਨਹੀਂ ਹੈਗੇ, ਸਕੁਆਇਰ ਬ੍ਰੈਕਟਸ ਨੇ। ਸਕੁਆਇਰ ਬ੍ਰੈਕਟਸ ਕਲੋਜ਼ਡ ਇੰਟਰਵਲ ਨੂੰ ਸ਼ੋ ਕਰਦੇ, ਕਿਹਨੂੰ ਸ਼ੋ ਕਰਦੇ ਆ, ਕਲੋਜ਼ਡ ਇੰਟਰਵਲ। ਕਲੋਜ਼ਡ ਇੰਟਰਵਲ ਕੀ ਹੁੰਦਾ, x ਇੱਕ ਰੀਅਲ ਨੰਬਰ ਹੈ ਤੇ x is greater than equal to -2 and less than equal to 3। यानी ਜਦੋਂ ਅਸੀਂ ਨੰਬਰ ਲਾਈਨ ਤੇ ਇਹਨੂੰ ਬਣਾਵਾਂਗੇ ਤਾਂ ਇੱਥੇ -2 ਹੈ ਤੇ ਇੱਥੇ 3 ਹੈ, ਤਾਂ ਇਹਦੇ ਵਿੱਚ ਸਾਰੇ ਨੰਬਰ ਆ ਜਾਣਗੇ -2 ਤੋਂ ਲੈ ਕੇ, ਵਿੱਚ ਹੀ 2 ਵੀ ਆ, -2 ਵੀ ਆ, -2 ਤੋਂ ਲੈ ਕੇ ਆ ਸਾਰੇ ਨੰਬਰ ਇੱਥੋਂ ਲੈ ਕੇ ਜਿੰਨੇ ਵੀ ਰੀਅਲ ਨੰਬਰ ਇੱਥੇ ਹੋ ਸਕਦੇ, -2 ਤੋਂ ਲੈ ਕੇ 3। ਇਹਨੂੰ ਬਣਾਉਣ ਦਾ ਵੀ ਆਹੀ ਢੰਗ ਹੈ ਸ਼ੋ ਕਰਨ ਦਾ ਨੰਬਰ ਲਾਈਨ ਤੇ, ਵੀ ਇਹਨੂੰ ਅਸੀਂ ਇਸ ਤਰ੍ਹਾਂ ਗੋਲ ਗੋਲ ਮਤਲਬ ਪੁਆਇੰਟ ਬਣਾਉਂਦੇ ਹਾਂ, ਇਹਨੂੰ ਅੰਦਰੋਂ ਫਿਲ ਕਰ ਦਿੰਦੇ ਹਾਂ। ਤੇ ਜਦੋਂ ਅਸੀਂ ਓਪਨ ਇੰਟਰਵਲ ਸ਼ੋ ਕਰਨਾ ਹੁੰਦਾ ਫਿਰ ਅਸੀਂ ਕੀ ਕਰਦੇ ਹਾਂ, ਫਿਰ ਅਸੀਂ ਆ ਜਿਵੇਂ -2 ਹੈ ਤੇ ਆ 3 ਹੈ, ਇੱਥੇ ਅਸੀਂ ਇਸ ਤਰ੍ਹਾਂ ਦਾ ਰਾਉਂਡ ਬਣਾਵਾਂਗੇ ਤੇ ਇੱਧਰ ਵੀ ਅਸੀਂ ਉਹ ਬਣਾਵਾਂਗੇ। ਇਹਨੂੰ ਅੰਦਰੋਂ ਫਿਲ ਨਹੀਂ ਕਰਾਂਗੇ, ਨਾ ਹੀ ਫਿਲ ਕਰਨ ਦਾ ਮਤਲਬ ਹੈ ਵੀ 2 ਇਹਦੇ ਵਿੱਚ ਇਨਕਲੂਡਡ ਨਹੀਂ ਹੈ, -2 ਵੀ ਇਨਕਲੂਡਡ ਨਹੀਂ, -3 ਵੀ ਕਿਉਂਕਿ ਫਿਲ ਨਹੀਂ ਕੀਤਾ ਹੋਇਆ, ਇਹ ਵੀ ਇਨਕਲੂਡਡ ਨਹੀਂ। ਜੇ ਇਹਨੂੰ ਫਿਲ ਕੀਤਾ ਹੋਇਆ ਤਾਂ ਜੇ ਅਸੀਂ ਇਸ ਤਰ੍ਹਾਂ ਨੰਬਰ ਲਾਈਨ ਤੇ ਸ਼ੋ ਕੀਤਾ ਹੋਇਆ, ਇਟ ਮੀਨਸ ਆ -2 ਤੇ 3 ਇਸ ਇੰਟਰਵਲ ਦੇ ਵਿੱਚ ਇਨਕਲੂਡਡ ਹੈਗਾ। ਠੀਕ ਹੈ, ਇਹ ਹੁੰਦਾ ਕਲੋਜ਼ਡ ਇੰਟਰਵਲ। ਇੱਕ ਹੁੰਦਾ ਸੈਮੀ ਓਪਨ, ਸੈਮੀ ਜਾਂ ਸੈਮੀ ਕਲੋਜ਼ਡ, ਸੈਮੀ ਓਪਨ ਜਾਂ ਸੈਮੀ ਕਲੋਜ਼ਡ ਇੰਟਰਵਲ। ਸੈਮੀ ਦਾ ਮਤਲਬ ਅੱਧਾ, ਸੈਮੀ MI ਹੈ, ਸੈਮੀ ਓਪਨ ਸੈਮੀ। ਇਹ ਇਸ ਤਰ੍ਹਾਂ ਜਿਵੇਂ ਅਸੀਂ ਬਣਾਈਏ -2, ਇੱਧਰੋਂ ਰਾਉਂਡ ਬ੍ਰੈਕਟ ਹੈ, ਇੱਧਰ ਸਕੁਆਇਰ ਬ੍ਰੈਕਟ। ਇਟ ਮੀਨਸ -2 ਇਨਕਲੂਡਡ ਨਹੀਂ ਹੈਗਾ, 3 ਇਨਕਲੂਡਡ। ਤਾਂ ਜਦੋਂ ਅਸੀਂ ਇਹਨੂੰ ਲਿਖਾਂਗੇ ਤਾਂ ਇਸ ਤਰ੍ਹਾਂ ਲਿਖਾਂਗੇ x ਇੱਕ ਰੀਅਲ ਨੰਬਰ ਹੈ ਤੇ ਨਾਲ ਲਿਖਾਂਗੇ x is greater than -2 and less than equal to 3। यानी 3 वाले पास इक्वल साइन पावांगे, -2 वाले पास इक्वल साइन नहीं पावांगे, क्योंकि 2 इनकलूडेड नहीं हैगा, 3 इनकलूडेड हैगा। जो असीं नंबर लाइन ते शो करांगे किस तरीके नाल करांगे, आ हैगा -2 ते आ हैगा 3। तो -2 वाले पासे तो जिहड़ा असीं सर्कल बनावांगे उहनूं हॉलो रखांगे, उहनूं फिल नहीं करांगे, ते इधरले पासे जिहड़ा हैगा उहनूं असीं पूरा इस तरह फिल कर देंगे। ठीक है, इस तरह ਇਹਦਾ ਹੋਰ ਵੀ ਕੰਮ ਹੋ ਸਕਦਾ ਸੀਗਾ। ਇੱਕ ਉਹ ਕਿ
भी इधरों तो असीं क्लोज रखते, इधरों ओपन रखते, फिर की होना सीगा x, x इज़ अ रियल नंबर एंड x is greater than equal to -2 less than 3 less than 3 ਤਾਂ ਉਹਦਾ ਗ੍ਰਾਫ ਨੰਬਰ ਲਾਈਨ ਤੇ ਜੇ ਅਸੀਂ ਉਹਦਾ ਫਿਗਰ ਬਣਾਉਣਾ ਹੋਵੇ ਤਾਂ -2 ਤੇ 3 ਹੈ ਤੇ -2 ਵਾਲੇ ਪਾਸੇ ਕਲੋਜ਼ਡ ਹੈ, ਇਟ ਮੀਨਸ ਇੱਧਰ ਅਸੀਂ ਫਿਲ ਪੂਰਾ ਭਰ ਦਿਆਂਗੇ, ਇੱਧਰ ਓਪਨ ਹੈ ਤੇ ਇੱਧਰ ਅਸੀਂ ਖੋਲ੍ਹ। ठीक है जी, तो इस तरीके ਨਾਲ ਇਹਦੇ ਗ੍ਰਾਫ ਕਹਿੰਦੇ ਇਹਨਾਂ ਨੂੰ ਅਸੀਂ ਇੰਟਰਵਲਸ ਕਹਿੰਦੇ। ਹੁਣ ਕੁਐਸਚਨ ਕੀ ਆਉਂਦਾ ਹੈ? ਕੁਐਸਚਨ ਆਉਂਦਾ ਵੀ ਤੁਹਾਨੂੰ ਇੰਟਰਵਲ ਦਿੱਤਾ ਹੋਇਆ, ਉਹਨੂੰ ਤੁਸੀਂ ਸੈੱਟ ਬਿਲਡਰ ਫਾਰਮ, ਆ ਇਹਦੀ ਸੈੱਟ ਬਿਲਡਰ ਫਾਰਮ ਹੈ, ਆ ਇੰਟਰਵਲ ਹੈ, ਤਾਂ ਇੰਟਰਵਲ ਨੂੰ ਸੈੱਟ ਬਿਲਡਰ ਫਾਰਮ ਲਿਖੋ। ਤਾਂ ਤੁਹਾਨੂੰ ਦੱਸ ਦਿੱਤਾ ਮੈਂ ਵੀ ਜਿੱਧਰਲੇ ਪਾਸੇ ਸਕੁਆਇਰ ਬ੍ਰੈਕਟ ਹੋਵੇ ਉਧਰ ਅਸੀਂ ਇਕੁਅਲ ਟੂ ਸਾਈਨ ਪਾ ਦੇਂਗੇ, ਜਿੱਧਰਲੇ ਪਾਸੇ ਸਕੁਆਇਰ ਬ੍ਰੈਕਟ ਨਹੀਂ ਹੋਏਗਾ उधरले पास इक्वल साइन नहीं पेगा। आ इन्नी चीज़ सारे काम नहीं होएगी, कोई नहीं चीज़ है। एक्स रियल नंबर है, ये तो सब दे आएगा। आही ख्याल रखना है भी जिधरले पासे स्क्वायर ब्रैकेट है उधर इक्वल साइन पेगा, जिधर स्क्वायर ब्रैकेट नहीं हैगा उधर इक्वल साइन नहीं पेगा। दोनों पासे स्क्वायर ब्रैकेट है दोनों पासे इक्वल साइन पै जाएगा, दोनों पासे ओपन है तो दोवें पासे राउंड ब्रैकेट है तो दोनों पासे इक्वल साइन नहीं पेगा। ठीक है, तो इस तरीके करना। एक हुंदा भी तुहानू सैट बिल्डर फॉर्म दी है, उन्होंने तुसी इंटरवल दे विच बदलना, तो इहनूं देख के भी असीं आ चीज़ ईजीली बना सकते हैं। अगे चलिए, अगे हुंदा पावर सैट। नैक्सट साडा टॉपिक है पावर सैट। पावर सैट की है? पावर सैट ऑफ a set A is set of all subsets of A। इन्हू लिखते किवें है? इन्हू असीं PA लिखते। PA की है? सेट ऑफ ऑल सबसैट्स ऑफ ए। ठीक है, तो एक आप सैट लैके एग्जाम्पल लैके शुरू कर लेंगे कोई क्वेश्चन, जिमें सानू आ एग्जाम्पल दिते हुए थे ए दी ए इक्वल टू दिता सानू 1 2। ठीक है, ए इक्वल टू 1 2। कितने एलीमेंट्स ने ये 2 एलीमेंट्स है तो नंबर ऑफ सबसैट्स पहला तो देखिए किन्ने बन गए, वो हिसाब नाल फिर सबसैट बनावांगे, फिर वो एक सैट बनावांगे। तो नंबर ऑफ सबसैट्स किन्ने होंगे? आप पर फार्मूला कितना सी 2 दी पावर n। ठीक है ना, 2 एलिमेंट्स दी पावर 2, तो 4 सबसैट दे बन गए। तो किहड़े-किहड़े बन गए पहला वो भी लिख लिया, सबसैट्स ऑफ ए। ऊपर लिखा नंबर ऑफ सबसैट किन्ने बन गए, फिर किहड़े-किहड़े सबसैट्स है वो ये भी बना लिए। पहला सबसैट का 5 है, दूजा सबसैट एक एक एलीमेंट लैके बना लिया, 1 लैके बना लिया, फिर 2 नाल बना लिया, फिर 2 एलीमेंट्स लैके बना लिया, 1 2। ठीक है, इन्ने सबसैट बन गए। तो यदा पावर सैट की हो जाएगा? फिर पावर सैट है जिहड़ा वो आ जिहड़े सबसैट्स ने इन्हों दा एक सैट, यानी ये एलीमेंट होना 1 2 1 2 एक है 5। तो इन्होंने सबसैट्स लैके एक सैट बनाओ। हुण आ चीज़ां की ने, ये इस सैट दियां एलीमेंट्स ने सारे। आ 4 जिहड़े इहदे सैट ने, असल तो वैसे तो ये तो यह सबसैट है, पर पी ए दे एलीमेंट है। ख्याल इत्थे थोड़ा जिहा रखने की जरूरत है भी असीं उपर देखो 2 चीज़ां लिखियां, सबसैट्स ऑफ ए, आ सबसैट ने 3 सारे ਇਹਦੇ ਕੀ ਨੇ? ਇਹਦੇ एलीमेंट है। जे ਅਸੀਂ गल करिए हाँ, जिमें आ एक एग्जाम्पल ले ले भी 1 है जिहड़ा ਇਹ ए ਦਾ सबसैट है, पर आह जिहड़ा 1 सैट है ये एलीमेंट है पी ए ਦਾ एलीमेंट है, क्योंकि पी ए सैट ਦੇ ਵਿੱਚ एलीमेंट के रूप 'ਚ है। ठीक है, ਇੱਥੇ ਜੇ ਅਸੀਂ ਗੱਲ करिए तो ਇੱਥੇ ए ਦਾ सबसैट नहीं है।
ਠੀਕ ਹੈ ਨਾ। ਸੋ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ। ਜੇ ਸੈੱਟ ਦੇ ਵਿੱਚ ਅੱਗੇ ਇਦਾਂ ਦਿੱਤਾ ਹੋਇਆ ਹੈ ਤਾਂ ਆਹ ਐਲੀਮੈਂਟਸ ਹੋ ਗਏ, ਇਹਦੇ 4 ਐਲੀਮੈਂਟਸ ਹੋ ਗਏ, ਠੀਕ ਹੈ ਜੀ। ਤਾਂ ਕਈ ਥਾਵਾਂ ਦੇ ਵਿੱਚ ਕੁਐਸਚਨ ਦੇ ਵਿੱਚ ਸੈੱਟ ਦੇ ਵਿੱਚ ਇਦਾਂ ਸੈੱਟ ਦਿੱਤਾ ਹੁੰਦਾ ਤਾਂ ਉਹਨੂੰ ਅਸੀਂ ਐਲੀਮੈਂਟ ਸਮਝਣਾ, ਸਬਸੈਟ ਨਹੀਂ ਸਮਝਣਾ, ਠੀਕ ਹੈ। ਅੱਗੇ ਆ ਗਿਆ ਲਾਸਟ ਸਾਡਾ ਇਹਦਾ ਯੂਨੀਵਰਸਲ ਸੈੱਟ। ਯੂਨੀਵਰਸਲ ਸੈੱਟ ਸਾਡੇ ਕੋਲ ਸੇ ਕੁਝ ਸੈਟਸ ਨੇ। ਪਹਿਲਾਂ ए ले लिया, एक सैट असी 1 2, बी सैट ले लिया 2 3 4, एक सी सैट ले लिया 1 3 5 7, ठीक है। एक क्वेश्चन च मान लो सानू ये 3 सैट दिते हैं तो एक जो वड्डा सैट असी लईए यू, ਜਿਹਦੇ ਇਹ ਸਾਰੇ ਸਬਸੈਟ ਹੋ ਜਾਣ ਤਾਂ ਉਹਦੇ 'ਚ ਇਹਨਾਂ ਦੇ ਸਾਰਿਆਂ ਦੇ ਐਲੀਮੈਂਟਸ ਹੋਣੇ ਚਾਹੀਦੇ, ਯਾਨੀ 1 2 3 4 5 7 ਵੀ ਹੋਣਾ ਚਾਹੀਦਾ। ਤੇ ਆਪਾਂ ਭਾਵੇਂ ਉਹ ਤੋਂ ਜ਼ਿਆਦਾ ਹੋਣ ਐਲੀਮੈਂਟ ਕੋਈ ਨਹੀਂ, ਪਰ ਆਹ ਵਾਲੇ ਸਾਰੇ ਐਲੀਮੈਂਟਸ ਜ਼ਰੂਰ ਇਹਦੇ ਵਿੱਚ ਹੋਣੇ ਚਾਹੀਦੇ, ਤਾਂ ਹੀ ਏ ਬੀ ਸੀ ਇਹਦੇ ਸਬਸੈਟ ਬਣਨਗੇ। ਤਾਂ ਆਹ ਜਿਹੜਾ ਵੱਡਾ ਸੈੱਟ ਹੈ ਇਹਨੂੰ ਅਸੀਂ ਯੂਨੀਵਰਸਲ ਸੈੱਟ ਕਹਿੰਦੇ, ਇਹਨੂੰ ਹਮੇਸ਼ਾ ਯੂ ਨਾਲ ਡਿਨੋਟ ਕਰਦੇ ਹਾਂ, ਯੂਨੀਵਰਸਲ ਸੈੱਟ ਹੈ। ठीक ਹੁਣ ਇਹਦੇ ਨਾਲ ਸਾਡੇ ਇਹ ਐਕਸਰਸਾਈਜ਼ ਦੇ ਜਿਹੜੇ ਜੇ ਪਾਰਟ ਸੀਗਾ ਥਿਉਰੀ ਵਾਲਾ ਖਤਮ ਹੈ। ਅੱਗੇ ਆਪਾਂ ਇਹਦੀ ਐਕਸਰਸਾਈਜ਼ ਨਾਲ ਰਿਲੇਟਡ ਕੁਛ ਵਿੱਚੋਂ ਕੁਛ ਕੁਐਸਚਨਸ ਦੇਖ ਲਈਏ, ਹਿੰਟ ਲੈ ਲਈਏ ਉਹਨਾਂ ਦਾ। ਤਾਂ ਆ ਤੁਸੀਂ ਦੇਖ ਰਹੇ ਹੋ ਇਹ ਸਾਨੂੰ ਕੀ ਹੈ, ਮੇਕ ਕਰੈਕਟ ਸਟੇਟਮੈਂਟ ਬਾਈ ਫਿਲਿੰਗ ਦ ਸਿੰਬਲ ਇਜ਼ ਸਬਸੈਟ ਔਰ ਇਜ਼ ਨੋਟ ਸਬਸੈਟ। सबसैट होवे ਜਾਂ ਨਾ सबसैट होवे की भरिया जाऊगा वो ਅਸੀਂ ਇੱਥੇ ਦੇਖ ਕੇ ਕਰਨਾ। ਤਾਂ ਪਹਿਲੇ 2-3 ਕੁਐਸਚਨਸ ਤਾਂ ਈਜ਼ੀ ਨੇ, ਆਹ ਥੋੜ੍ਹਾ ਜਿਹਾ ਧਿਆਨ ਨਾਲ ਦੇਖ ਲਓ, ਇੱਥੇ ਤੁਸੀਂ ਸ਼ਾਇਦ ਕਨਫਿਊਜ਼ ਨਾ ਹੋ ਜਾਓ। ਐਕਸ ਆ ਜਿਹੜਾ ਸੈੱਟ ਦਿੱਤਾ ਕੀਤਾ ਐਕਸ ਇਜ਼ ਅ ਸਰਕਲ ਇਨ ਦ ਪਲੇਨ, ਕੋਈ ਪਲੇਨ ਮਤਲਬ ਸਮਤਲ ਨੂੰ ਕਹਿੰਦੇ, ਜਿਵੇਂ ਆਹੀ ਪਲੇਨ ਆ ਮੰਨ ਲਓ, ਇਹਦੇ 'ਚ ਅਸੀਂ ਸਰਕਲਸ ਬਣਾਈਏ ਤਾਂ ਇੱਕ ਸਰਕਲ ਵੱਡਾ, ਕੋਈ ਛੋਟਾ, ਕੋਈ ਕਿਸ ਤਰ੍ਹਾਂ ਦਾ ਜਮਾ ਛੋਟਾ, ਕੋਈ ਹੋਰ, ਠੀਕ ਹੈ। ਦੂਜੇ ਪਾਸੇ ਉਹ ਇਸੇ ਪਲੇਨ ਦੇ ਵਿੱਚ ਰੇਡੀਅਸ 1 ਵਾਲੀ, ਰੇਡੀਅਸ 1 ਕੀ ਹੈ ਆਹ ਵਾਲੀ, ਇਹਦੀ ਰੇਡੀਅਸ 1 ਨਹੀਂ ਹੋਏ ਤੋਂ ਬਿਨਾਂ ਨਾ ਕੋਈ, ਇਹਦੇ 'ਚ ਕੀ ਹੈ 1 ਵਾਲੇ ਵੀ ਹੈ, 2 ਵਾਲੇ ਵੀ ਹੈ, 3 ਵਾਲੇ ਵੀ। ਤਾਂ ਆਹ ਇਹਦਾ ਸਬਸੈਟ ਨਹੀਂ ਹੋ ਸਕਦਾ ਕਿਉਂਕਿ ਆਹ ਵੱਡਾ ਸੈੱਟ ਆ, ਛੋਟਾ ਹੈ। ਅੱਜ ਤੱਕ ਇਕੱਲੇ ਰੇਡੀਅਸ 1 ਵਾਲੇ, ਇਹ 'ਚ ਸਾਰੀਆਂ ਰੇਡੀਅਸ ਵਾਲੇ ਹੈਗੇ, 1 ਵਾਲੇ ਵੀ, 2 ਵਾਲੇ ਵੀ, 3 ਵਾਲੇ, ਠੀਕ ਹੈ। ਤਾਂ ਆਹ ਇਹਦਾ ਸਬਸੈਟ ਨਹੀਂ ਹੋ ਸਕਦਾ। ਇਸੇ ਤਰ੍ਹਾਂ एक्स इज़ अ ट्रायंगल, ਇੱਥੇ ਲਿਖਿਆ एक्स इज़ अ रैक्टेंगल, रैक्टेंगल ਕਹਿੰਦੇ ਆ ਆਇਤ ਨੂੰ, ट्रायंगल ਕਹਿੰਦੇ ਆ ਤ੍ਰਿਭੁਜ ਨੂੰ। ਤਾਂ ਤ੍ਰਿਭੁਜ ਦਾ ਰੈਕਟੈਂਗਲ ਨਾਲ ਕੋਈ ਰਿਲੇਸ਼ਨ ਨਹੀਂ ਹੈਗਾ, ਤਾਂ ਆ ਗਿਆ ਇਹਦਾ ਸਬਸੈਟ ਨਹੀਂ ਹੈਗਾ। ਅੱਗੇ ਆ ਗਿਆ ਇਕੁਇਲੈਟਰਲ ਟ੍ਰਾਇੰਗਲ, ਇਕੁਇਲੈਟਰਲ ਟ੍ਰਾਇੰਗਲ ਸਮਭੁਜਿਤ ਕੋਣ, ਤੇ ਇੱਧਰ ਹੈਗਾ ਟ੍ਰਾਇੰਗਲ, ਯਾਨੀ ਇਹ 'ਚ ਸਾਰੇ ਟ੍ਰਾਇੰਗਲ ਆ ਗਏ, ਇਹ 'ਚ ਹੈਗਾ ਇਕੱਲਾ ਇਕੁਇਲੈਟਰਲ ਟ੍ਰਾਇੰਗਲ, ਇਹਦੇ 'ਚ ਇਕੁਇਲੈਟਰਲ ਟ੍ਰਾਇੰਗਲ ਵੀ ਆ ਗਏ, ਹੋਰ ਦੂਜੇ ਵੀ ਆ ਗਏ। ਤਾਂ ਇਹ ਕੀ ਹੋ ਗਿਆ, ਇਹ ਵੀ ਇਹਦਾ ਸਬਸੈਟ। ਆ ਹੈਗਾ ਇਵਨ ਨੈਚੁਰਲ ਨੰਬਰ, ਇਵਨ ਨੈਚੁਰਲ ਨੰਬਰ ਦੇ 2 4 6 ਵਗੈਰਾ ਹੈ। ਆ ਇੰਟੀਜਰਸ ਹੈ, ਇੰਟੀਜਰਸ ਦੇ ਵਿੱਚ 2 4 6 ਵੀ ਹੁੰਦੇ ਆ, ਇਹ ਇਵਨ ਨੈਚੁਰਲ ਨੰਬਰ ਵੀ ਆ ਜਾਏਗਾ, ਤਾਂ ਇਹਦਾ ਮਤਲਬ ਆਏਗਾ ਸਬਸੈਟ। ਇਸੇ ਤਰ੍ਹਾਂ ਇਹਦੇ 'ਚ ਦੱਸਣਾ ਕਿਹੜਾ ਟਰੂ ਆ ਕਿਹੜਾ ਫਾਲਸ ਆ, ਕਿੱਥੇ ਸਬਸੈਟ ਹੈਗਾ ਕਿੱਥੇ ਸਬਸੈਟ ਨਹੀਂ ਹੈਗਾ, ਤਾਂ ਇਹਦੇ ਅਕੋਰਡਿੰਗਲੀ ਤੁਸੀਂ ਆਪੇ ਕਰਨਾ ਇਹਨੂੰ ਕੁਐਸਚਨ। ਨੈਕਸਟ ਦੇਖੋ ਥਰਡ ਕੁਐਸਚਨ। थर्ड क्वेश्चन ਦੇ ਵਿੱਚ a ਸਾਨੂੰ ਦਿੱਤਾ ਹੋਇਆ a ਇਕੁਅਲ ਟੂ ਆ ਸੈੱਟ ਹੈ, ਇਹਦੇ ਵਿੱਚ 1 ਹੈ 2 ਹੈ ਤੇ ਇੱਕ ਆ ਐਲੀਮੈਂਟ ਹੈ, ਇੱਕ 4 ਐਲੀਮੈਂਟ ਹੈ 1 2 5 ਤੇ ਇੱਕ ਆ ਪੂਰਾ ਸੈੱਟ ਇਹਦਾ ਐਲੀਮੈਂਟ ਹੈ ਐਸ ਸੈੱਟ, ਠੀਕ ਹੈ ਨਾ। ਇਹਦੇ ਵਿੱਚ ਜੋ ਵੀ ਚੀਜ਼ਾਂ ਕਾਮਾ ਪਾਪ ਦੇਖੀ ਉਹ ਸਾਰੇ a ਦੇ ਐਲੀਮੈਂਟਸ ਨੇ। ਤਾਂ ਹੁਣ ਅਸੀਂ ਇੱਥੇ ਸਾਨੂੰ ਇਹ ਕਨਫਿਊਜ਼ ਕਰਨੀ ਵੀ ਆਹ ਵਾਲੀ ਚੀਜ਼ a ਦਾ ਐਲੀਮੈਂਟ ਹੈ ਨਾ ਕਿ ਸਬਸੈਟ, ਠੀਕ ਹੈ ਜੀ। ਸਬਸੈਟ ਬਣਾਉਣ ਵਾਸਤੇ ਇਹਦੇ ਉੱਤੇ ਇੱਕ ਹੋਰ ਬ੍ਰੈਕਟ ਪਏਗਾ। ਤਾਂ ਆਹ ਉਹਨੇ ਕਹਿਤਾ ਦੇਖੋ 3 4 ਸੈੱਟ ਇਜ਼ ਸਬਸੈਟ ਆਫ ਇਹ ਨਹੀਂ ਹੈਗਾ, ਇਹ ਐਲੀਮੈਂਟ ਹੈ। ਤਾਂ ਆਹ ਹੈ ਤਾਂ ਹੈਗਾ ਫਾਲਸ ਸਟੇਟਮੈਂਟ, ਕਿਹੜਾ ਕਰੈਕਟ ਨਹੀਂ ਹੈਗਾ, ਫਾਲਸ ਹੈ, ਗਲਤ ਹੈ। ਤੇ ਇਹਦਾ ਐਲੀਮੈਂਟ ਹੈਗਾ ਇਹ ਟਰੂ ਹੈ, ਠੀਕ ਹੈ। ਹੁਣ ਜੇ ਇਸ ਐਲੀਮੈਂਟ ਨੂੰ ਅਸੀਂ ਸੈੱਟ ਬਣਾ ਲਈਏ ਅੱਗੇ
ਤਾਂ ਇਹ ਇਹਦਾ ਸਬਸੈਟ ਹੋ ਜਾਏਗਾ। ਜਿਵੇਂ ਸਾਡੇ ਕੋਲੇ ਪਹਿਲਾਂ ਸੀਗਾ a ਇਕੁਅਲਸ ਟੂ ਅਸੀਂ ਲਿਆ ਸੀਗਾ 1 2, ਤਾਂ 1 ਨੂੰ ਲੈ ਕੇ ਜੇ ਅਸੀਂ ਸੈੱਟ ਬਣਾ ਲਈਏ ਤਾਂ a ਦਾ ਸਬਸੈਟ ਬਣ ਜਾਂਦਾ ਹੈ। ਇਸੇ ਤਰ੍ਹਾਂ ਆ 3 4 ਸੈੱਟ ਸੀ ਜਿਹੜਾ ਇਹ a ਦਾ ਐਲੀਮੈਂਟ ਸੀਗਾ, ਤਾਂ ਜੇ ਇਹਨੂੰ ਅਸੀਂ ਬਾਹਰ ਸੈੱਟ ਪਾਤਾ, ਸੈੱਟ ਦਾ ਨਿਸ਼ਾਨ ਹੋਰ ਪਾਤਾ, ਤੇ ਇਹ ਸੈੱਟ ਬਣ ਗਿਆ ਤੇ a ਦਾ ਸਬਸੈਟ ਹੋ ਜਾਏਗਾ। ਅੱਗੇ ਹੈਗਾ 1 ਇਜ਼ ਐਲੀਮੈਂਟ ਆਫ ਇਹ ਕਰੈਕਟ ਹੈ। 1 ਇਜ਼ ਸਬਸੈਟ, ਇਹ ਤਾਂ ਸੈੱਟ ਤਾਂ ਬਣੇ ਨਹੀਂ, ਐਲੀਮੈਂਟ ਹੀ ਲਿਖਿਆ ਹੋਇਆ, ਇਹ ਤਾਂ ਮਤਲਬ ਇਹ ਵੀ ਹੁੰਦਾ। 2 1 2 5 1 2 5 ਇਹਦੇ ਐਲੀਮੈਂਟ ਸੀਗੇ, ਉਹਨਾਂ ਦਾ ਇੱਕ ਸੈੱਟ ਬਣਾਇਆ ਤੇ ਉਹ a ਦਾ ਸਬਸੈਟ ਹੋ ਗਿਆ। ਠੀਕ ਹੈ, ਤੇ 1 2 5 ਇਜ਼ ਐਲੀਮੈਂਟ ਆਫ ਇਹ ਕਰਤਾ 1 ਇਹਦਾ ਐਲੀਮੈਂਟ ਹੈ, 2 ਇਹਦਾ ਐਲੀਮੈਂਟ ਹੈ, 5 ਇਹਦਾ ਐਲੀਮੈਂਟ ਹੈ, ਪਰ 1 2 5 ਆ ਜਿਹੜਾ ਇੱਕ ਸੈੱਟ ਬਣਾਤਾ ਇਹ ਇਹਦਾ ਐਲੀਮੈਂਟ ਨਹੀਂ ਹੈ, ਇਹਦੇ 'ਚ ਕਿਤੇ ਹੈ ਨਹੀਂ ਇੱਦਾਂ ਦਾ ਬਣਿਆ ਹੋਇਆ। ਠੀਕ ਹੈ, ਇਸੇ ਤਰ੍ਹਾਂ 1 2 3 ਕਹਿੰਦੇ 1 ਤੇ 2 ਦਾ ਇਹਦੇ ਐਲੀਮੈਂਟ ਹੈਗੇ, 3 ਦਾ ਇਹਦੇ ਐਲੀਮੈਂਟ ਹੀ ਨਹੀਂ ਹੈਗਾ, 3 4 ਇਕੱਠਾ ਆ ਸਾਰਾ ਐਲੀਮੈਂਟ ਇੱਦਾਂ ਬਣਿਆ ਹੁੰਦਾ ਫਿਰ ਸੀ ਤਾਂ ਆ ਵੀ ਰੋਂਗ ਹੈ। ਠੀਕ ਹੈ ਜੀ, 5 ਇਜ਼ ਸਬਸੈਟ, 5 ਇਜ਼ ਐਲੀਮੈਂਟ ਆਫ ਇਹ ਰੋਂਗ ਹੈ, ਕਿਉਂਕਿ 5 ਇਹਦਾ ਐਲੀਮੈਂਟ ਨਹੀਂ ਹੈਗਾ। 5 ਐਲੀਮੈਂਟ ਹੁੰਦਾ ਤਾਂ ਇੱਥੇ ਕਿਤੇ 5 ਲਿਖਿਆ ਹੁੰਦਾ, 5 ਇਹਦਾ ਸਬਸੈਟ ਹੈ, ਇਹ ਸਹੀ ਹੈ। ਠੀਕ ਹੈ ਨਾ, ਤੇ 5 ਐਲੀਮੈਂਟ ਨਹੀਂ ਹੈਗਾ ਕਿਉਂਕਿ ਤਾਂ ਉਹਦਾ ਸੈੱਟ ਬਣਾਏ ਤੋਂ ਸਬਸੈਟ ਬਣਨ ਦਾ ਮਤਲਬ ਹੀ ਹੈ, ਇਹ ਵੀ wrong ਹੈ। ਅੱਗੇ ਆ ਗਿਆ ਡਰਾ ਆਲ ਸਬਸੈਟਸ ਆਫ ਫੋਲੋਇੰਗ ਸੈਟਸ, ਆ ਸੈੱਟ ਦਿੱਤੇ ਹੋਏ ਇਹਨਾਂ ਦੇ ਸਬਸੈਟ ਬਣਾਉਣੇ, ਉਹ ਦਿਖਾ ਤੁਹਾਨੂੰ ਕਰਕੇ ਦਿਖਾਇਆ ਹੈਗਾ। ਤੇ 5th ਕੁਐਸਚਨ ਆ ਆਪਾਂ ਕਰਨਾ ਨਹੀਂਗਾ। 6th ਦੇ ਵਿੱਚ ਇੰਟਰਵਲਸ ਬਣਾਉਣੇ ਆ ਤੁਹਾਨੂੰ ਆਪਣਾ ਸੈਟ ਬਿਲਡਰ ਫਾਰਮ ਦਿੱਤੀ ਹੈ, ਇਹਨਾਂ ਦੇ ਇੰਟਰਵਲਸ ਬਣਾਉਣੇ ਇਹ ਵੀ ਸਿਖਾਤੇ ਤੁਹਾਨੂੰ। ਅੱਗੇ ਇੰਟਰਵਲ ਦਿੱਤੇ ਉਹਨਾਂ ਨੂੰ ਸੈਟ ਬਿਲਡਰ ਫਾਰਮ 'ਚ ਲਿਖਣਾ ਇਹ ਵੀ ਸਿਖਾਤਾ ਤੁਹਾਨੂੰ। 8th ਕੁਐਸਚਨ ਆਪਾਂ ਕਰਨਾ ਤੇ 9th ਕੁਐਸਚਨ ਗਿਵਨ ਸੈਟਸ ਤਿੰਨ ਦਿੱਤੇ ਹੋਏ A B ਤੇ C। A ਦੇ ਵਿੱਚ ਹੈਗਾ 1 3 5, B ਦੇ ਵਿੱਚ ਹੈਗਾ 2 4 6, C ਦੇ ਵਿੱਚ ਹੈਗਾ 0 2 4 6। ਤਾਂ which of the following may considered as universal set of all three sets A B and C? ਇਹਨਾਂ ਦੇ ਵਿੱਚੋਂ ਕਿਹੜੇ ਨੂੰ ਅਸੀਂ ਇਹਨਾਂ ਤਿੰਨਾਂ ਦਾ ਯੂਨੀਵਰਸਲ ਸੈੱਟ ਮੰਨ ਸਕਦੇ ਹਾਂ? ਯੂਨੀਵਰਸਲ ਸੈੱਟ ਉਹ ਹੈਗਾ ਜਿਹਦੇ ਵਿੱਚ ਆ ਸਾਰੇ ਤਿੰਨਾਂ ਦੇ ਐਲੀਮੈਂਟਸ ਹੋਣ। ਤਾਂ ਪਹਿਲਾ ਦਾ ਯੂਨੀਵਰਸਲ ਸੈੱਟ ਨਹੀਂ ਹੋ ਸਕਦਾ ਕਿਉਂਕਿ ਇਹਦੇ 'ਚ 8 ਹੈ, ਇੱਥੇ 8 ਹੈ ਨਹੀਂ। 5 ਤਾਂ ਕਿਸੇ ਦਾ ਹੋ ਹੀ ਨਾ, 5 ਤਾਂ ਖਾਲੀ ਹੁੰਦਾ, 5 ਦੇ ਤਾਂ ਕਿਸੇ ਦਾ ਯੂਨੀਵਰਸਲ ਸੈੱਟ ਹੋਣ ਦਾ ਮਤਲਬ ਹੀ ਨਹੀਂ। ਫਿਰ ਆ ਗਿਆ 0 1 2 3 4 5 6 7 8 9, ਇਹ ਹੋ ਸਕਦਾ। ਠੀਕ ਹੈ, ਤੇ ਅੱਗੇ ਆ ਗਿਆ 1 2 3 4 5 6 7 8, ਇਹ 'ਚ 0 ਨਹੀਂ ਹੈ, ਐਸਾ ਮਤਲਬ ਇਹ ਵੀ ਯੂਨੀਵਰਸਲ ਸੈੱਟ। ਸੋ ਇੰਨਾ ਹੀ ਕੰਮ ਅਸੀਂ ਅੱਜ ਦੇ ਲੈਕਚਰ ਦੇ ਵਿੱਚ ਡਿਸਕਸ ਕਰਨਾ ਸੀਗਾ, ਤੇ ਮੈਨੂੰ ਲੱਗਦਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਤੇ ਜੇ ਨਹੀਂ ਜਿਹੜੀ ਚੀਜ਼ ਸਮਝ ਆਈ ਉਹ ਨੈਕਸਟ ਲੈਕਚਰ ਵਿੱਚ ਆਪਾਂ ਡਿਸਕਸ ਕਰ ਸਕਦੇ ਹਾਂ।